ਸੋ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਮੰਡੀ ਹੈ ਬਟਾਲਾ ਦਾਣਾ ਮੰਡੀ। ਸੋ ਅਸੀਂ ਬਟਾਲੇ ਦਾਣਾ ਮੰਡੀ ਦੇ ਵਿੱਚ ਇਸ ਟਾਈਮ ਖੜੇ ਆ ਅਤੇ ਉੱਥੋਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗੇ ਕਿ ਇੱਕ ਵਾਰੀ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਤਸਵੀਰਾਂ ਕਿ ਮੰਡੀ ਦੇ ਵਿੱਚ ਕਣਕ ਬਹੁਤ ਘੱਟ ਇਸ ਟਾਈਮ ਆ ਰਹੀ ਹੈ ਜੇ, ਕਿਉਂਕਿ ਕਿਸਾਨ ਆਪਣੀ ਫਸਲ ਜਿਹੜੀ ਹੈ ਉਹ ਸੁਕਾ ਕੇ ਲਿਆਉਣਾ ਚਾਹੁੰਦਾ ਵਾ ਕਿ ਤਾਂ ਜੋ ਉਸ ਨੂੰ ਸਹੀ ਉਸਦਾ ਮੁੱਲ ਮਿਲ ਸਕੇ। ਸੋ ਤਸਵੀਰਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਣਕ ਬਹੁਤ ਘੱਟ ਦਿਖ ਰਹੀ ਹੈ ਇੱਥੇ ਬਟਾਲਾ ਮੰਡੀ ਦੇ ਵਿੱਚ। ਸਿਰਫ ਤਾਂ ਸਿਰਫ ਸਰੋਂ ਜ਼ਿਆਦਾ ਲਿਆਂਦੀ ਜਾ ਰਹੀ ਹੈ ਕਿਸਾਨਾਂ ਵੱਲੋਂ ਅਜੇ। ਸੋ ਗੱਲਬਾਤ ਵੀ ਕਿਸਾਨਾਂ ਦੇ ਨਾਲ ਚੱਲ ਕੇ ਕਰ ਲੈਂਦੇ ਆ ਕਿ ਕੀ ਸਮੱਸਿਆਵਾਂ ਤਾਂ ਨਹੀਂ ਕੋਈ ਇਸ ਮੰਡੀ ਦੇ ਵਿੱਚ, ਕਿੰਨੇ ਕੁ ਪ੍ਰਬੰਧ ਕੀਤੇ ਗਏ ਨੇ ਅਤੇ ਕਿੱਦਾਂ ਦੀ ਕਣਕ ਤੁਸੀਂ ਲਿਆਉਣਾ ਚਾਹੁੰਦੇ ਸੀ। ਤੇ ਕੀ ਨਾਮ ਹੈ ਬਾਬੇ? ਸੁਖਦੇਵ ਸਿੰਘ ਜੀ। ਸੁਖਦੇਵ ਜੀ, ਕਣਕ ਲੈ ਕੇ ਆਏ ਹੋ ਤੁਸੀਂ ਅੱਜ, ਕਿੰਨੀ ਕੁ ਕਣਕ ਆ, ਮੁੱਲ ਸਹੀ ਮਿਲਿਆ ਵਾ ਜਾਂ ਬਿਲਕੁਲ ਸਹੀ ਮੁੱਲ ਮਿਲਿਆ ਜੀ। ਜੋ ਹਾਂਜੀ 2020 ਰੁਪਏ ਹਾਂਜੀ ਆਪਣੀ ਜ਼ਰੂਰਤ ਪੂਰੀ ਕਰਨ ਵਾਸਤੇ ਕਣਕ ਪਹਿਲਾਂ ਲਿਆਂਦੀ ਗਈ ਆ। ਅੱਛਾ, ਆਪਣੀ ਜ਼ਰੂਰਤ ਵਾਸਤੇ ਹੀ ਪਹਿਲਾਂ ਸੁੱਟੀ? ਹਾਂਜੀ ਹਾਂਜੀ ਹਾਂਜੀ। ਸਰਕਾਰ ਦੀ ਗੱਲ ਕੀਤੀ ਜਾਏ ਦਿਆਗੀ ਵੇਖੋ ਉਹਨਾਂ ਨੇ ਕਿਹਾ ਸੀ 72 ਘੰਟਿਆਂ ਦੇ ਵਿੱਚ ਪੇਮੈਂਟ ਵੀ ਦਿੱਤੀ ਜਾਏਗੀ। ਕੀ 72? ਦੇਖੋ ਹੁਣ ਆਉਣ ਵਾਲਾ ਸਮਾਂ ਕੀ ਕਹਿੰਦਾ, ਜਦੋਂ ਸਰਕਾਰੀ ਖਰੀਦ ਹੋਵੇਗੀ ਉਦੋਂ ਹੀ ਪਤਾ ਚੱਲੇਗਾ। ਅਜੇ ਪ੍ਰਾਈਵੇਟ ਤੁਸੀਂ ਛੁੱਟੀ ਦਿੱਤੀ ਹੈ? ਹਾਂਜੀ ਅਜੇ ਅਸੀਂ ਪ੍ਰਾਈਵੇਟ ਦਿੱਤੀ ਹੈ ਜੀ। ਉਹ ਕਣਕ ਵਿੱਚ ਕੋਈ ਸੱਲਾਪਣ ਸੀ, ਇਸ ਕਰਕੇ ਸਾਨੂੰ ਪ੍ਰਾਈਵੇਟ ਕਣਕ ਜਿਹੜੀ ਉਹ ਵੇਚਣੀ ਪਈ ਜੀ। ਤੇ ਸਰਕਾਰ ਨੇ ਖਰੀਦ, ਚਲੋ ਆੜਤੀ ਵੀ ਸਾਡੇ ਨਾਲ ਨੇ ਗੱਲਬਾਤ ਕਰ ਲੈਂਦੇ ਆ, ਸਰਕਾਰ ਨੇ ਖਰੀਦ ਸ਼ੁਰੂ ਕਰ ਦਿੱਤੀ ਦੀ। ਹਾਂਜੀ ਜੀ, ਖਰੀਦ ਸਰਕਾਰ ਦੀ ਚਾਲੂ ਹੈ ਜੀ। ਮਾਰਕੀਟ ਦੇ ਵਿੱਚ ਮਾਲ ਆਏ ਸੁੱਕਾ ਤੇ ਸਰਕਾਰ ਲੈਣ ਵਾਸਤੇ ਤਿਆਰ ਹੈ। ਸਾਡੀ ਜਿਹੜੀ ਲਾਈਨ ਹੈ ਇਹਦੇ ਵਿੱਚ ਮਾਰਕਫੈਟ ਦੀ ਪਰਚੇਜ ਹੋਣੀ ਹੈ। ਅੱਜ ਸਾਡੇ ਕੋਲ ਮਾਲ ਜਿਹੜਾ ਥੋੜ੍ਹਾ ਆਇਆ ਸੀ, 12-13 ਕੁਇੰਟਲ ਮਾਲ ਹੀ, ਥੋੜ੍ਹੀ ਜਿਹੀ ਨਮੀ ਦੇ ਵਿੱਚ ਹੀ। ਜ਼ਿਮੀਂਦਾਰ ਵੀ ਵੇਚਣ 'ਚ ਖੁਸ਼ ਸੀ। ਪ੍ਰਾਈਵੇਟ ਵੇਚਿਆ 2020 ਰੁਪਏ ਦੇ ਵਿੱਚ ਜੀ। ਬਿਲਕੁਲ, ਜਿਸ ਤਰ੍ਹਾਂ ਗੱਲ ਕੀਤੀ ਜਾਏ ਬਟਾਲੇ ਦੀ ਮੰਡੀ ਬਹੁਤ ਵੱਡੀ ਮੰਡੀ ਹੈ, ਗੁਰਦਾਸਪੁਰ ਜ਼ਿਲ੍ਹੇ 'ਚ ਸਭ ਤੋਂ ਵੱਡੀ ਮੰਡੀ ਬਟਾਲੇ ਦੀ ਗਿਣੀ ਜਾਂਦੀ ਹੈ। ਤੇ ਸੋ ਜਿਸ ਤਰ੍ਹਾਂ ਵੇਖਿਆ ਜਾਏ ਕਿ ਮਾਲ ਹੀ ਅਜੇ ਬੜਾ ਥੋੜ੍ਹਾ ਆ ਰਿਹਾ ਤਾਂ ਕਣਕ ਹੀ ਬੜੀ ਥੋੜ੍ਹੀ ਆਉਣ ਦੀ, ਫਸਲ ਹੀ ਕਿਸਾਨ ਲੈ ਕੇ ਨਹੀਂ ਆ ਰਹੇ। ਇਹ ਮਾਲ ਤੇ ਦਰਅਸਲ 14-15 ਤਰੀਕ ਨੂੰ ਮਾਲ ਸੁੱਕਾ ਹੋਣਾ ਹੈ ਤੇ ਮਾਲ ਗਿੱਲਾ ਆ ਰਿਹਾ। ਜ਼ਿਮੀਂਦਾਰਾਂ ਦੇ ਅੱਗੇ ਵੀ ਇਹੀ ਅਪੀਲ ਕਰਦੇ ਆ ਵੀ ਮਾਲ ਜਿਹੜਾ ਸੁਕਾ ਕੇ ਲਿਆਓ। ਜਿਹੜਾ 12 ਮੁਵੱਚਰ ਦਾ ਮਾਲ ਹੈ, 12 ਮੁਵੱਚਰ ਦਾ ਮਾਲ ਲਿਆਓ। ਸਰਕਾਰ ਦੇ ਕੋਲ ਬਾਰਦਾਨਾ ਦਾ ਬਹੁਤ ਜ਼ਿਆਦਾ ਹੈ, ਉਹ ਮਾਲ ਲੈਣ ਨੂੰ ਤਿਆਰ ਬੈਠੀ ਹੈ ਸਰਕਾਰ। ਪੇਮੈਂਟ ਦੀ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਜੀ, 72 ਘੰਟੇ ਦੇ ਵਿੱਚ ਹੀ ਪੇਮੈਂਟ ਆਏਗੀ। ਬਿਲਕੁਲ, ਕਿੱਦਾਂ ਦਾ ਲੱਗਦਾ ਫੈਸਲਾ? ਕਿਉਂਕਿ ਕਈ ਵਾਰੀ ਆੜਤੀਆਂ ਨੇ ਵੀ ਪੈਸੇ ਐਡਵਾਂਸ ਲੈ ਜਾਂਦੇ ਆ ਲੋੜਾਂ ਘਰ ਦੀਆਂ ਪੂਰੀਆਂ ਕਰਨ ਵਾਸਤੇ ਕਿਸਾਨ, ਪਰ ਉਹ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਦੋਂ ਉਹਨਾਂ ਦੇ ਖਾਤੇ 'ਚ ਸਿੱਧੀ ਪੇਮੈਂਟ ਜਾਂਦੀ ਹੈ ਜਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆ ਸਕਦੀਆਂ ਆੜਤੀਆਂ ਨੂੰ। ਨਹੀਂ, ਜ਼ਿਮੀਂਦਾਰਾਂ ਨੇ ਐਡਵਾਂਸ ਲਿਆ ਵੀ ਨਹੀਂ ਤੇ ਨਾ ਹੀ ਕਿਸੇ ਆੜਤੀ ਨੇ ਦਿੱਤਾ ਹੀ ਹੈ। ਜਿਹੜੀ ਪੇਮੈਂਟ ਹੈਗੀ ਸਿੱਧੀ ਜਿਹੜੀ ਹੈ ਜ਼ਿਮੀਂਦਾਰਾਂ ਦੇ ਖਾਤੇ 'ਚ ਹੀ ਜਾਣੀ ਹੈ ਜੀ। ਇਹ 72 ਘੰਟੇ ਦੇ ਵਿੱਚ ਜਾਏ ਜਾਂ 48 ਘੰਟੇ ਜਾਏ, ਸਿੱਧੀ ਜ਼ਿਮੀਂਦਾਰ ਦੇ ਅਕਾਊਂਟ 'ਚ ਹੀ ਪੇਮੈਂਟ ਜਾਏਗੀ। ਜਿਹੜੀ ਪ੍ਰਾਈਵੇਟ ਪੇਮੈਂਟ ਇਹ ਅਸੀਂ ਉਹਨਾਂ ਨੂੰ ਦੇ ਦਿਆਂਗੇ ਜ਼ਿਮੀਂਦਾਰ ਨੂੰ। ਜਿਸ ਤਰ੍ਹਾਂ ਹੁਣ ਤੁਹਾਡੇ ਕੋਲ ਕੋਈ ਪ੍ਰਾਈਵੇਟ ਸੁਵਿਧਾ ਉਹਨੂੰ ਤੁਸੀਂ ਉਸੇ ਟਾਈਮ ਦੇਗੀ ਜਾਂ ਜਦੋਂ ਦਾ ਵੀ ਤੁਹਾਡੇ ਕੋਲ ਸਮਾਂ ਲੈਂਦੇ ਨੇ ਉਦੋਂ ਤੁਸੀਂ ਦਿੱਤੀ ਜਾਂਦੀ? ਅਸੀਂ ਲੋੜ ਅਨੁਸਾਰ ਉਸੇ ਵੇਲੇ ਦੇ ਦੇਣੀ ਪੇਮੈਂਟ ਜੀ ਜ਼ਿਮੀਂਦਾਰ ਨੂੰ। ਹਾਂਜੀ ਬਿਲਕੁਲ ਜੀ। ਪੇਮੈਂਟ ਦੀ ਅਦਾਇਗੀ ਪੱਖੋਂ ਜੇਕਰ ਗੱਲ ਕੀਤੀ ਜਾਏ, ਸਰਕਾਰ ਨੇ 72 ਘੰਟਿਆਂ ਦੇ ਵਿੱਚ ਐਲਾਨ ਤਾਂ ਕੀਤਾ ਸੀ ਕਿ 72 ਘੰਟਿਆਂ ਦੇ ਵਿੱਚ ਅਸੀਂ ਕਿਸਾਨ ਦੀ ਜਿਹੜੀ ਫਸਲ ਸੁੱਟੇਗਾ ਕਿਸਾਨ ਜਦੋਂ ਦੇ ਉਹਨਾਂ ਨੂੰ ਅਸੀਂ ਅਦਾਇਗੀ ਕਰਾਂਗੇ। ਸੋ ਘਰ ਦੀਆਂ ਜ਼ਰੂਰਤਾਂ ਵਾਸਤੇ ਕਈ ਵਾਰੀ ਕਿਸਾਨ ਪਹਿਲਾਂ ਲੈ ਆਉਂਦੇ ਨੇ ਫਸਲ। ਭਾਈ ਸਾਹਿਬ ਨੇ ਦੱਸਿਆ ਕਿ ਕਿਸਾਨ ਉਹਨਾਂ ਨੂੰ ਘਰ ਦੀਆਂ ਜ਼ਰੂਰਤਾਂ ਸੀ। ਸੁਰਜੀਤ ਸਿੰਘ ਨਾਮ ਦੱਸਿਆ ਜੀ। ਸੁਖਦੇਵ ਉਹਨਾਂ ਨੂੰ ਘਰ ਦੀਆਂ ਜ਼ਰੂਰਤਾਂ ਸੀ, ਜਿਸ ਦੇ ਕਰਕੇ ਉਹਨਾਂ ਨੂੰ ਕਣਕ ਸੁੱਟਣੀ ਪਈ ਹੈ ਪਹਿਲਾਂ। ਅਤੇ ਸੋ ਉਹਨਾਂ ਨੇ ਪਹਿਲਾਂ ਸੁੱਟ ਕੇ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਨੇ, ਜਿੱਥੇ ਨਾਲ ਦੀ ਨਾਲ ਹੋਰ ਵੀ ਕਿਸਾਨ ਨੇ ਮੰਡੀ ਦੇ ਵਿੱਚ ਆਏ ਨੇ। ਗੱਲਬਾਤ ਕਰ ਲੈਂਦੇ ਉਹਨਾਂ ਦੇ ਨਾਲ ਚੱਲ ਕੇ ਕਿ ਕਿਸ ਤਰ੍ਹਾਂ ਦੇ ਫੈਸਲੇ ਵੇਚਦੇ ਨੇ ਸਰਕਾਰਾਂ ਦੇ। ਜਦੋਂ ਸਰਕਾਰ ਨੇ 72 ਘੰਟੇ ਦਾ ਐਲਾਨ ਕੀਤਾ ਸੀ ਕਿ 72 ਘੰਟੇ ਦੇ ਵਿੱਚ ਅਦਾਇਗੀ ਦਿੱਤੀ ਜਾਏਗੀ। ਸੋ ਦੇਖਣ 'ਚ ਮੰਡੀ 'ਚ ਜਦੋਂ ਆਣ ਕੇ ਦੇਖਿਆ ਵਾ ਤਾਂ ਇੱਥੇ ਜ਼ਿਆਦਾ ਤੋਂ ਜ਼ਿਆਦਾ ਸਰੋਂ ਹੀ ਦਿਖਾਈ ਦਿੱਤੀ ਹੈ। ਸਰੋਂ ਹੀ ਲੋਕ ਸੁੱਟ ਰਹੇ ਨੇ, ਹਜੇ ਕਿਸਾਨ ਸੁੱਟ ਰਹੇ ਨੇ। ਸੋ ਗੱਲਬਾਤ ਕਰ ਲੈਂਦੇ ਆ ਕਿਸਾਨ ਭਾਈਆਂ ਨਾਲ। ਕੀ ਨਾਮ ਹੈ ਭਾਜੀ? ਮੇਰਾ ਨਾਮ ਤਾਂ ਸੁਰਤਾ ਸਿੰਘ ਹੈ। ਸੁਰਤਾ ਜੀ, ਕੀ ਸੁੱਟ ਲੈ ਕੇ ਆਏ ਹੋ ਅੱਜ? ਨਹੀਂ, ਮੈਂ ਦਾਣਾ ਮੰਡੀ 'ਚ ਕੰਮ ਕਰ ਰਿਹਾ। ਮੰਡੀ 'ਚ ਇਹੀ ਕੰਮ ਕਰਦੇ ਹੋ? ਕਿੰਨੇ ਕੁ ਇੱਥੇ ਅੱਜ ਕਣਕ ਤੋਲੀ ਗਈ ਤੁਹਾਡੇ? ਕਣਕ ਤੇ ਅੱਜ ਸਾਰੀ ਅਜੇ ਗਿੱਲੀ ਆ, ਕੋਈ ਤੋਲੀ ਗਈ ਹੋਏ ਤੇ ਉਹ ਦੇਖ ਨਹੀਂ ਸਕਦੇ ਅਸੀਂ। ਕੀ ਕਾਰਨ ਹੈ ਜਿਹੜੀ ਫਸਲ ਹੀ ਨਹੀਂ ਅਜੇ ਤੱਕ ਆਣ ਰਹੀ? ਕਣਕ ਗਿੱਲੀ ਆ, ਗਿੱਲੀ ਮਤਲਬ ਕੌਣ ਲਿਆਊ ਤਾਂ ਲਊਗਾ? ਸਰਕਾਰ ਤੇ 12 ਮਚਰ ਦਾ ਲੈ ਰਹੀ ਹੈ ਤੇ ਗਿੱਲੀ ਕਣਕ ਜਿਹੜੀ 14, 15, 16 ਉਹ ਕੌਣ ਲਊਗਾ? ਉਹ ਕਿਤੇ ਨਾ ਕਿਤੇ ਦੇਖਿਆ ਜਾਂਦਾ ਵਾ ਕਿ ਜਦੋਂ ਕਿਤੇ ਪ੍ਰਾਈਵੇਟ ਵੀ ਕਿਸਾਨ ਸੁੱਟ ਲੈਂਦੇ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ। ਸਰਕਾਰ ਨੇ ਤੇ 1 ਤਰੀਕ ਤੋਂ ਕਹਿ ਦਿੱਤਾ ਸੀ, ਐਲਾਨ ਕਰ ਦਿੱਤਾ ਸੀ ਕਿ ਲਿਆਓ। ਜਦੋਂ ਕਿਸਾਨ ਮੰਨ ਲਓ ਲੈ ਕੇ ਆਂਦਾ ਵਾ, ਫਿਰ ਉਹਨਾਂ ਨੂੰ ਸਹੀ ਮੁੱਲ ਵੀ ਨਹੀਂ ਮਿਲਦਾ ਹੋਣਾ। ਸਹੀ ਮੁੱਲ ਜੇ ਫਸਲ ਸਹੀ ਆ ਤੇ ਮੁੱਲ ਸਹੀ ਮਿਲਣਾ। ਜੇ ਫਸਲ ਗਿੱਲੀ ਆ ਤੇ ਉਹਦਾ ਮੁੱਲ ਕਿੱਥਾ ਮਿਲ ਜੂ ਪੂਰਾ?
ਕਿਤੇ ਨਾ ਕਿਤੇ ਇਸ ਕਰਕੇ ਵੀ ਕਿਸਾਨ ਫਿਰ ਲੇਟ ਲੈ ਕੇ ਆਉਂਦੇ। ਲੇਟ ਤੇ ਚਲੋ ਅਜੇ ਪੱਕੀ ਨਹੀਂ ਕਣਕ, ਹੋਰ ਕੋਈ 15-16 ਤਰੀਕ ਤੱਕ ਪੱਕ ਜਾਏਗੀ। ਅੱਗੇ ਜੇਕਰ ਪਿਛਲੇ ਸੀਜ਼ਨਾਂ ਦੀ ਝਾਤ ਮਾਰੀ ਜਾਏ ਤੇ ਪਿੱਛੇ ਵੀ ਇਦਾਂ ਹੀ ਹੁੰਦਾ ਸੀ। ਬਟਾਲੇ ਦੇ ਵਿੱਚ ਇਹ 14-15 ਤਰੀਕ ਦੇ ਲਾਗੇ ਹੀ ਫਸਲ ਸੁੱਟੀ ਜਾਂਦੀ। ਪਹਿਲਾਂ ਤੇ 20-25 ਨੂੰ ਜਾ ਕੇ ਕਣਕ ਪੱਕਦੀ, 20-25 ਅਪ੍ਰੈਲ ਤੱਕ ਸ਼ੁਰੂ ਹੁੰਦੀ। ਐਤਕੀ ਕੋ ਗਰਮੀ ਕਾਰਨ ਛੇਤੀ ਪੱਕ ਗਈ। ਸੋ ਇੱਥੇ ਦੇ ਕਾਮੇ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੇ ਵੀ ਦੱਸਿਆ ਵਾ ਕਿ ਅੱਗੇ ਤੇ ਸ਼ਾਇਦ ਖੈਰ 20-25 ਤਰੀਕ ਦੇ ਲਾਗੇ ਜਾ ਕੇ ਆਉਂਦੀ ਸੀ, ਪਰ ਐਤਕੀ ਗਰਮੀ ਜ਼ਿਆਦਾ ਹੋਣ ਦੇ ਕਾਰਨ ਜਲਦੀ ਫਸਲ ਵੀ ਪੱਕ ਗਈ ਨੇ, ਜਿਸ ਦੇ ਕਰਕੇ ਕਿਸਾਨ ਹੋ ਸਕਦਾ 14-15 ਤਰੀਕ ਦੇ ਲਗਭਗ ਇੱਥੇ ਆਪਣੀ ਫਸਲ ਸੁੱਟਣ ਆਉਣਗੇ ਤੇ ਫਸਲ ਸੁੱਟਣਗੇ। ਸੋ ਹੋਰ ਵੀ ਲੋਕ ਨੇ ਉੱਥੇ ਗੱਲਬਾਤ ਕਰ ਲੈਂਦੇ ਆ ਉਹਨਾਂ ਲੋਕਾਂ ਦੇ ਨਾਲ ਵੀ ਚੱਲ ਕੇ ਕਿ ਕਿਸ ਤਰ੍ਹਾਂ ਦੇਖਦੇ ਨੇ। ਹਾਂਜੀ ਭਾਈ ਸਾਹਿਬ, ਤੁਸੀਂ ਵੀ ਇੱਥੇ ਕੰਮ ਕਰਦੇ ਹੋ ਜਾਂ ਫਸਲ ਲੈ ਕੇ? ਭਾਜੀ ਅਸੀਂ ਤਾਂ ਡਰਾਈਵਰ ਗੱਡੀਆਂ ਜੀ, ਆਪਣੇ ਟਰੱਕ ਹੈ ਜੀ। ਹਾਂਜੀ ਗੱਡੀਆਂ ਲੈ ਕੇ ਜਾਂਦੇ ਹੋ, ਪਰ ਗੱਡੀਆਂ ਦਾ ਵੀ ਅੱਜ ਜੇਕਰ ਦੇਖਿਆ ਜਾਏ, ਹੁਣ ਜੇਕਰ ਇਹ ਫਸਲ ਨਹੀਂ ਆਏਗੀ ਸਮੇਂ ਨਾਲ ਤੇ ਫਿਰ ਗੱਡੀਆਂ ਦਾ ਵੀ ਉੱਥੇ ਖੜੀਆਂ ਰਹਿ ਗਈਆਂ। ਹਾਂਜੀ ਖੜੀਆਂ ਰਹਿ ਗਈਆਂ ਭਾਜੀ। ਇੱਕ ਤੇਲ ਬੜਾ ਮਹਿੰਗਾ ਹੋ ਗਿਆ, ਮਹਿੰਗਾਈ ਜ਼ਿਆਦਾ ਆ ਗਈ ਹੈ, ਖਰਚੇ ਜ਼ਿਆਦਾ ਨੇ, ਗੱਡੀਆਂ ਵੀ ਖੜੀਆਂ ਜਿੰਨਾ ਚਿਰ ਕੰਮ ਨਹੀਂ ਤੁਰਦਾ। ਅੱਗੇ ਕਦੀ ਇਦਾਂ ਹੋਇਆ ਸੀ ਕਿ ਇੰਨੀ ਲੇਟ ਫਸਲ ਆਉਂਦੀ? ਨਹੀਂ ਨਹੀਂ ਜੀ, ਹਾਂਜੀ ਅੱਗੇ ਵੀ ਲੇਟ ਸਾਡੇ ਇੱਥੇ ਇਸੇ ਹਿਸਾਬ ਨਾਲ ਹੁੰਦੀ ਬਟਾਲੇ ਮੰਡੀ 'ਚ ਭਾਜੀ। ਇੱਥੇ ਝੋਨਾ ਹੀ ਪਹਿਲਾਂ ਆਉਂਦਾ ਬਟਾਲੇ ਮੰਡੀ 'ਚ ਬਸ। ਹਾਂਜੀ ਕਣਕ ਲੇਟ ਹੀ ਹੁੰਦੀ। ਬਿਲਕੁਲ ਕਣਕ ਦੀ ਫਸਲ ਆ ਜਿਹੜੀ ਕਿਸਾਨਾਂ ਵੱਲੋਂ ਇੱਥੇ ਲੇਟ ਹੀ ਮੰਡੀ ਦੇ ਵਿੱਚ ਲੈ ਕੇ ਆਉਂਦੇ ਨੇ। ਸੋ ਤਸਵੀਰਾਂ ਦੇ ਰਾਹੀਂ ਦਿਖਾ ਦਿੰਦਾ ਮੈਂ ਬਟਾਲੇ ਦੀ, ਇੱਕ ਵਾਰੀ ਮੰਡੀ ਦੀ ਝਾਤ ਮਰਵਾ ਦਿੰਦਾ ਕਿ ਮੰਡੀ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਮੰਡੀ ਨਹੀਂ। ਸੋ ਹੋਰ ਵੀ ਕਿਸਾਨ ਹੈਗੇ ਨੇ, ਚੱਲ ਕੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿਸਾਨਾਂ ਦੇ ਨਾਲ ਕਿ ਜਿਹੜੀ ਅੱਜ ਕਣਕ ਲੈ ਕੇ ਆਏ ਨੇ ਇੱਥੇ ਕਿ ਤੇ ਜਿਹੜਾ ਸਰਕਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਹੈ 72 ਘੰਟੇ ਦੇ ਵਿੱਚ ਪੇਮੈਂਟ ਦਿੱਤੀ ਜਾਏਗੀ। ਸੋ ਕਿਸ ਤਰ੍ਹਾਂ ਦਾ ਫੈਸਲਾ ਦੇਖਦੇ ਨੇ ਉਹਨਾਂ ਦਾ ਕਿ ਸਰਕਾਰ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਸੀ। ਸੋ ਉਸ ਕਿਸਾਨਾਂ ਦੇ ਨਾਲ ਵੀ ਚੱਲ ਕੇ ਗੱਲਬਾਤ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਵੇਖਦੇ ਨੇ ਫੈਸਲੇ ਨੂੰ। ਹਾਂਜੀ ਭਾਈ ਸਤਿ ਸ਼੍ਰੀ ਅਕਾਲ, ਕੀ ਨਾਮ? ਮਨਜਿੰਦਰ ਸਿੰਘ। ਭਾਜੀ ਕਿਸ ਤਰ੍ਹਾਂ ਵੇਖਦੇ ਹੋ ਜਿਸ ਤਰ੍ਹਾਂ ਅੱਜ ਕਣਕ ਮੰਡੀ 'ਚ 1 ਤਰੀਕ ਨੂੰ ਸਰਕਾਰ ਨੇ ਅਲਟੀਮੇਟ ਦਿੱਤਾ ਕਿ 1 ਤਰੀਕ ਤੋਂ ਖਰੀਦ ਸ਼ੁਰੂ ਹੈ ਸਰਕਾਰੀ, ਪਰ ਅਜੇ ਵੇਖਿਆ ਜਾਏ ਮੰਡੀ ਦੇ ਵਿੱਚ ਫਸਲ ਵੀ ਨਹੀਂ ਆਈ। ਸਰ ਅਜੇ ਹੈ ਹੀ ਹਰੀ ਹੈ ਜੀ, ਕੱਚੀ ਹੈ ਜੀ ਫਸਲ ਹੀ ਕੱਚੀ ਸਰ ਅਜੇ। ਅੱਗੇ ਵੀ ਕਦੀ ਇਸ ਤਰ੍ਹਾਂ ਹੁੰਦਾ ਵਾ ਕਿ ਜਿਹੜੀ ਬਟਾਲੇ ਮੰਡੀ 'ਚ ਫਸਲ ਲੇਟ ਆਉਂਦੀ? ਸਰ ਜੀ ਫਸਲ ਪੱਕੂ ਤੇ ਫੇਰੀ ਹੈ, ਫਸਲ ਤਾਂ ਹੈ ਹੀ ਕੱਚੀ, ਅਜੇ ਪੂਰੀ ਅਜੇ ਬਣੀ ਨਹੀਂ ਪੂਰੀ। ਪਰ ਸਰਕਾਰ ਦੇ ਫੈਸਲੇ ਨੂੰ ਕਿੱਦਾਂ ਵੇਖਦੇ ਹੋ ਜਿਹੜਾ 72 ਘੰਟੇ ਦਾ ਇੱਕ ਐਲਾਨ ਕੀਤਾ ਸੀ ਕਿ 72 ਘੰਟੇ ਦੇ ਵਿੱਚ ਕਿਸਾਨ ਨੂੰ ਜਿਹੜੇ ਆ ਉਹਨਾਂ ਦੀ ਫਸਲ ਦਾ ਮੁੱਲ ਦਿੱਤਾ ਜਾਏਗਾ? ਸਰ ਜੀ ਬਹੁਤ ਵਧੀਆ ਇਹਦੇ, ਬਹੁਤ ਵਧੀਆ ਦਿੰਦਾ। ਤੁਸੀਂ ਅੱਜ ਕੀ ਲੈ ਕੇ ਆਏ ਹੋ ਮੰਡੀ? ਸਰੋਂ ਲੈ ਗਏ ਅਜੇ ਜ਼ਿਆਦਾ ਵੇਖਿਆ ਜਾਏ ਮੰਡੀ ਦੇ ਵਿੱਚ ਸਰੋਂ ਦੀਆਂ ਢੇਰੀਆਂ ਜ਼ਿਆਦਾ ਵੇਖਣ ਨੂੰ ਮਿਲਦੀਆਂ। ਹੈ ਹੀ ਸਰ ਜੀ ਸਰੋਂ ਅਜੇ, ਕਣਕ ਅਜੇ ਹਫਤੇ ਦੀ ਪੂਰੀ ਕਲੀਅਰ ਹੋਣੀ ਪੱਕੀ, ਬਾਕੀ ਤਾਂ ਗਿੱਲੀ ਹੈ ਜੇ ਕਣਕ ਹੈ ਹੀ ਵੈਸੇ ਗਿੱਲੀ ਹੈ ਜੀ। ਇੱਕ ਹਫਤੇ ਦੀ ਪੂਰੀ ਠੀਕ ਹੋਣੀ ਪੱਕਣੀ ਹੈ। ਬਿਲਕੁਲ। ਤੁਸੀਂ ਕੰਮ ਕਰਦੇ ਭਾਜੀ ਇੱਥੇ? ਚੌਧਰੀ ਕੰਨ। ਹਾਂਜੀ ਹਾਂਜੀ ਚੌਧਰੀ। ਤੁਹਾਨੂੰ ਤਾਂ ਸਭ ਜ਼ਿਆਦਾ ਪਤਾ ਹੁੰਦਾ ਵਾ ਕਿ ਫਸਲ ਕਦੋਂ ਲਗਭਗ ਕਦੋਂ ਆ ਜਾਂਦੀ? ਇਹ 20 ਤਰੀਕ ਤੇ 18-20 ਦੇ ਲਾਗੇ ਹੁੰਦੀਆਂ। ਇਹ ਤਾਂ ਹੁਣ ਜ਼ਿਮੀਂਦਾਰ ਕਾਲੇ ਪਏ ਆ ਤੇ ਆਹ ਵੇਖੋ ਖਿਲਾਰੀਆਂ ਆ। ਤੇ ਜੇ ਇਹੋ ਪੂਰੇ ਮਾਚਰ 12 ਦਾ ਹੋਏ ਤੇ ਆਪੇ ਆਉਂਦਾ ਜ਼ਿਮੀਂਦਾਰ ਵੀ ਵੇਲਾ ਤੇ ਸਾਡੇ ਵੀ ਖਲਾਸੀ ਹੋ ਜੇ। ਹੁਣ ਜਿੰਨਾ ਚਿਰ ਬੋਰੀਆਂ 'ਚ ਨਾ ਪਈ ਉਹਨਾਂ ਚਿਰ ਸਾਨੂੰ ਤੇ ਇਹਦਾ ਕੁਝ ਵੀ ਨਹੀਂ ਮਿਲਣਾ। ਤੇ ਬੰਦੇ ਅਜੇ ਲੇਬਰ ਅਜੇ ਆ ਆਉਂਦੀਆਂ ਅਗਲੇ ਹਿਸਾਬ ਨਾਲ 18-20 ਨੂੰ ਅੱਗੇ ਆਉਂਦੀ ਸੀ। ਅੱਗੇ ਵੀ ਸਾਡੀ ਹਰ ਸਮੇਂ ਮਹੂਰਤ ਜਿਹੜੀ ਹੁੰਦੀ ਸੀ 18 ਤੋਂ 20 ਦੇ ਲੱਗ। ਐਰਕਾਂ 11 ਤਰੀਕ ਨੂੰ ਤੇ ਆਵੇ ਖਲਾਰਾ ਪਿਆ ਜੋ ਅੱਧੀ ਮੰਡੀ 'ਚੋਂ ਬੰਦੇ ਇਕੱਠੇ ਕਰਕੇ ਆਪਾਂ ਤੇ ਆਵੇ ਕਰਾਉਂਦੇ ਤੇ ਇਹ ਫੇਰ ਵੀ ਪਤਾ ਨਹੀਂ ਵੀ ਸ਼ਾਮਾਂ ਨੂੰ ਵਿਕਣੀ ਕਿ ਨਹੀਂ ਵਿਕਣੀ। ਇਹ ਕਰਕੇ ਜ਼ਿਮੀਂਦਾਰ ਨੂੰ ਇਹ ਸਾਰਿਆਂ ਨੂੰ ਇਹ ਚਾਹੀਦਾ ਵੀ ਪਕਾ ਕੇ ਫਸਲ ਲਿਓ ਤੇ ਸਾਡੀ ਵੀ ਜਾਨ ਸੌਖੀ ਤੇ ਉਹਨਾਂ ਦੇ ਵੀ ਆਉਂਦੇ ਵੇਲੇ ਹੋ ਜਾਣ। ਬਿਲਕੁਲ ਕਿ ਜਦੋਂ ਚਲੋ ਆਂਦੀ ਹੈ ਕਿ ਉਹਨੂੰ ਵੀ ਨਾ ਖਲੋਣਾ ਪਏ, ਉਹਨੂੰ ਵੀ ਨਾ ਉਹਦਾ ਵੀ ਸਮਾਂ ਖਰਾਬ ਨਾ ਹੋਵੇ ਤੇ ਉਹ ਵੀ ਟਾਈਮ ਨਾਲ ਫਸਲ ਸੁੱਟ ਕੇ ਆਪਣੇ ਘਰੇ ਵਾਪਸ ਜਾਏ। ਤੇ ਉਹ ਤਾਂ ਉਹਨਾਂ ਨੇ ਸਰਕਾਰਾਂ ਦਾ ਕਰੀ ਜਾਣਾ ਵੀ ਸਰਕਾਰਾਂ ਮਾਲ ਨਹੀਂ ਚੁੱਕਣ ਦੀਆਂ। ਸਰਕਾਰਾਂ 12 ਮਾਰਚ ਦਾ ਤੇ ਆਪੇ ਸਰਕਾਰ ਚੁੱਕੇ ਤੇ ਜਦੋਂ 25 ਮਾਰਚ 16 ਮਾਰਚ 20 ਮਾਰਚ ਆਉਣ ਡਿਆ ਤੇ ਜ਼ਿਮੀਂਦਾਰ ਸਰਕਾਰ ਦਾ ਕੀ ਕਸੂਰ ਹੈ ਜਦੋਂ ਉਹਨਾਂ ਪੇਮੈਂਟ ਪੂਰੀ ਦੇਣੀ ਆ? ਇਹ ਸਾਰਾ ਕਸੂਰ ਤੇ ਸਾਰਾ ਜ਼ਿਮੀਂਦਾਰ ਦਾ ਜਿਹੜਾ ਗਿੱਲੀ ਫਸਲ ਲਿਆਉਣ ਡਿਆ। ਇਹ ਸੁੱਕੀ ਲਿਆਏ ਤੇ ਇਹ ਆਉਂਦੇ ਵਿਕ ਜੇ। ਇਹ ਵੀ ਸੁੱਕੀ ਤੇ ਇਹ ਵੀ ਸੁੱਕੀ। ਬਿਲਕੁਲ। ਗੱਲ ਕੀਤੀ ਜਾਏ ਪ੍ਰਬੰਧਾਂ ਦੀ, ਕਿੰਨੇ ਕੁ ਪ੍ਰਬੰਧ ਸਹੀ ਕੀਤੇ ਗਏ ਨੇ ਜਿਹੜੇ ਪ੍ਰਸ਼ਾਸਨ ਵੱਲੋਂ ਇੱਥੋਂ ਦੇ?
ਜਿਹੜਾ ਮਾਰਕੀਟ ਕਮੇਟੀ ਵੱਲੋਂ ਉਹ ਤੇ ਪ੍ਰਬੰਧ ਬਹੁਤ ਵਧੀਆ ਆ, ਉਹ ਨਹੀਂ ਗੱਲ, ਪਰ ਫਸਲ ਗਿੱਲੀ ਆਉਣ ਡਈ ਆ ਉਹ। ਮੈਂ ਮੰਨ ਗਿਆ ਤੁਹਾਡੀ ਗੱਲ ਕਿ ਫਸਲ ਗਿੱਲੀ ਆਂਡੀ ਉਸ ਕਰ ਵੈਸੇ ਮੈਂ ਪੁੱਛ ਰਿਹਾ ਪ੍ਰਬੰਧ ਕਿੱਦਾਂ ਦੇ ਇੱਥੇ ਕੀਤੇ ਗਏ ਨੇ ਪਾਣੀ ਪੂਣੀ ਦਾ ਜਾਂ ਪਾਣੀ ਦਾ ਸਫਾਈ ਦਾ ਵੀ ਉਹਨਾਂ ਨੇ ਪੂਰਾ ਕਰ ਦਿੱਤਾ ਐਰਕਾ ਇੰਤਜ਼ਾਮ। ਅੱਗੇ ਨਹੀਂ ਇੰਨਾ ਹੁੰਦਾ ਜਿੰਨਾ ਐਰਕਾ ਹੁੰਦਾ ਸਫਾਈ ਦਾ। ਸਾਰੇ ਵੇਖ ਗੋਟੇ ਦੀ ਜਾਪਦੀ ਨਹੀਂ। ਅੱਜ ਜਿਹੜਾ ਹੁਣ ਸਰੋਂ ਆ, ਅੱਜ ਸੁਣਾਈ ਕੀਤੀ ਉਹ ਢੰਗ ਦੀ ਲੱਭੂ, ਬਾਕੀ ਨਾ ਉਹਨਾਂ ਦੀ ਉਹਨਾਂ ਸਫਾਈ ਕਰ ਦਿੱਤੀ। ਸਫਾਈ ਦੀ ਨਹੀਂ ਕੋਈ ਗੱਲ। ਪਾਣੀ ਦਾ ਵੀ ਦਿੱਕਤ ਕੋਈ ਨਹੀਂ ਗੀ, ਪਾਣੀ ਵੀ ਆਉਂਦੇ ਆ। ਬਿਲਕੁਲ ਜੀ, ਫਸਲ ਜਿਹੜੀ ਨਾ ਆਉਣ ਦੇ ਕਾਰਨ ਇਹੋ ਦੱਸੇ ਨੇ ਕਿ ਫਸਲ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ। ਜੇਕਰ ਪੂਰੀ ਤਰ੍ਹਾਂ ਤਿਆਰ ਹੁੰਦੀ ਆ ਤਾਂ ਕਿਸਾਨ ਤਾਂ ਹੀ ਲੈ ਕੇ ਆਣਗੇ, ਕਿਉਂਕਿ ਕਿਸਾਨ ਦਾ ਵੀ ਸਮਾਂ ਵੱਜ ਜਾਂਦਾ ਵਾ। ਇਹ ਅਪੀਲ ਕਰਦੇ ਨੇ ਆੜਤੀ ਵੀ ਇੱਥੋਂ ਦੇ ਕਹਿੰਦੇ ਨੇ, ਅਤੇ ਜਿਹੜੇ ਕਾਮੇ ਨੇ ਉਹ ਵੀ ਦੱਸਦੇ ਨੇ ਕਿ ਕਿਸਾਨਾਂ ਨੂੰ ਫਸਲ ਆਪਣੀ ਪਕਾ ਕੇ ਹੀ ਲਿਆਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਵੀ ਸਮਾਂ ਬਚ ਸਕੇ ਅਤੇ ਸਾਡਾ ਵੀ ਸਮਾਂ ਬਚ ਸਕੇ। ਅਸੀਂ ਵੀ ਸਵੇਰ ਤੋਂ ਜਦੋਂ ਆਂਦੀ ਜੋ ਗਿੱਲੀ ਫਸਲ ਆ ਜਾਂਦੀ ਹੈ ਉਸ ਨੂੰ ਖਿਲਾਰਨਾ ਪੈਂਦਾ ਵਾ, ਫਿਰ ਧੁੱਪ ਨਾਲ ਉਸ ਦੀ ਜਿਹੜੀ ਨਮੀ ਮੌਇਸਚਰ ਆ ਜਿਹੜਾ ਉਸਦਾ ਉਹ ਘਟਾਉਣਾ ਪੈਂਦਾ ਵਾ। 12 ਮੌਇਸਚਰ ਤੇ ਹੀ ਸਰਕਾਰ ਨੇ ਫਸਲ ਦੀ ਜਿਹੜੀ ਹੈ ਖਰੀਦ ਕਰਨੀ ਹੈ। ਸੋ ਜੇਕਰ ਮੌਇਸਚਰ ਉਹਦਾ 12% ਹੋਏਗਾ ਤਾਂ ਫਿਰ ਹੀ ਸਰਕਾਰ ਖਰੀਦ ਕਰੇਗੀ। ਸੋ ਅਸੀਂ ਵੀ ਕਹਿੰਦੇ ਆ ਕਿ ਕਿਸਾਨ ਜਿਹੜਾ ਵੀ ਮੰਡੀ 'ਚ ਫਸਲ ਲੈ ਕੇ ਆਂਦਾ ਵਾ ਉਹ ਪਕਾ ਕੇ ਹੀ ਲੈ ਕੇ ਆਏ। ਸੋ ਕੈਮਰਾਮੈਨ ਜਸਵਿੰਦਰ ਬਿੱਦੀ ਨਾਲ ਜਤਿੰਦਰ ਕੁੰਡਲ, ਫਾਸਟ ਵੇ ਨਿਊਜ਼, ਗੁਰਦਾਸਪੁਰ, ਬਟਾਲਾ।